ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ। ਕੋਰੋਨਾ ਵਾਇਰਸ ਦੀ ਮਹਾਮਾਰੀ ਦਾ ਖਤਰਾ ਜਿਵੇਂ ਹੀ ਭਾਰਤ ਦੇ ਵਿੱਚ ਵੱਧਦਾ ਹੈ, ਸਭ ਤੋਂ ਪਹਿਲਾਂ ਯਾਤਰਾ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਸਰਕਾਰਾਂ ਦੇ ਵੱਲੋਂ। ਪੰਜਾਬ ਸਰਕਾਰ ਦੇ ਵੱਲੋਂ 18-19 ਮਾਰਚ ਨੂੰ ਇਹ ਜਿਹੜਾ ਆਦੇਸ਼ ਕੱਢਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਨਾਲ ਨਿੱਜੀ ਬੱਸਾਂ ਯਾਨੀ ਕਿ ਸਾਰੀਆਂ ਬੱਸਾਂ ਨੇ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਜਾਣਗੀਆਂ। 1-2 ਦਿਨਾਂ ਦੇ ਬਾਅਦ ਪੂਰੇ ਭਾਰਤ ਦੇ ਵਿੱਚ ਰੇਲਾਂ ਬੰਦ ਕਰਨ ਦਾ ਫਰਮਾਨ ਹੈ ਉਹ ਸਰਕਾਰ ਦੇ ਵੱਲੋਂ ਆ ਜਾਂਦਾ ਹੈ। 23 ਮਾਰਚ ਨੂੰ ਭਾਰਤ ਦੇ ਵਿੱਚ ਜਨਤਾ ਕਰਫਿਊ ਲਾਇਆ ਜਾਂਦਾ ਹੈ। ਉਸ ਤੋਂ ਬਾਅਦ ਤਾਂ ਸਾਰੇ ਕਿਤੇ ਲੋਕਡਾਊਨ ਬੰਦ, ਕਰਫਿਊ, ਇਸੇ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਸਾਹਮਣੇ ਆਉਂਦੀਆਂ ਨੇ ਤੇ ਉਹਨਾਂ ਦੀ ਪਾਲਣਾ ਸ਼ੁਰੂ ਹੋ ਜਾਂਦੀ ਹੈ। ਇਸ ਦੌਰਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜਾਬ ਤੋਂ 2000 ਦੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਗਈ ਹੋਈ ਸੀ, ਜਿਹੜੀ ਵਾਪਸ ਨਹੀਂ ਆ ਸਕੀ, ਉੱਥੇ ਹੀ ਸਟਕ ਹੋ ਕੇ ਰਹਿ ਗਈ ਹੈ, ਉੱਥੇ ਹੀ ਫਸ ਕੇ ਰਹਿ ਗਈ ਹੈ। 2000 ਦੀ ਗਿਣਤੀ ਵਿੱਚ ਸੰਗਤ ਹਾਲੇ ਤੱਕ ਵੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਬੈਠੀ ਹੈ। ਸਰਕਾਰਾਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਸੂਬੇ ਦੀਆਂ ਸਰਕਾਰਾਂ, ਕੇਂਦਰ ਦੀਆਂ ਸਰਕਾਰਾਂ ਜਾਂ ਹੋਰ ਸੰਸਥਾਵਾਂ ਨੂੰ, ਸਾਰੇ ਕਿਤੇ ਉੱਥੋਂ ਦੇ ਸ਼ਰਧਾਲੂ ਨੇ ਜਿਹੜੇ ਪੰਜਾਬ ਦੇ ਸ਼ਰਧਾਲੂ ਉੱਥੇ ਬੈਠੇ ਹੋਏ ਨੇ, ਉਹਨਾਂ ਨੇ ਅਪੀਲ ਕੀਤੀ ਹੈ ਪਰ ਹਾਲੇ ਤੱਕ ਇਸ ਮੁੱਦੇ ਦਾ ਕੋਈ ਹੱਲ ਨਹੀਂ ਨਿਕਲਿਆ। ਹਾਲੇ ਤੱਕ ਸੰਗਤ ਉੱਥੇ ਦੀ ਉੱਥੇ ਹੈ, ਉਹਨਾਂ ਨੂੰ ਕੱਢਣ ਦਾ ਕੋਈ ਪ੍ਰਬੰਧ ਨਹੀਂ ਹੋ ਪਾਇਆ। ਹਾਲਾਂਕਿ ਹਜ਼ੂਰ ਸਾਹਿਬ ਮੈਨੇਜਮੈਂਟ ਦੇ ਵੱਲੋਂ ਟਰੱਕਾਂ ਦਾ ਪ੍ਰਬੰਧ ਕੀਤਾ ਗਿਆ ਸੀ। ਕੁਝ ਦਿਨ ਪਹਿਲਾਂ ਟਰੱਕ ਜਦੋਂ ਭਰ ਕੇ ਸੰਗਤ ਨੂੰ ਭਰ ਕੇ ਲਿਆਉਂਦੇ ਨੇ ਤਾਂ ਬਾਰਡਰ ਦੇ ਉੱਤੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ, ਪੰਜਾਬ ਦੇ ਵਿੱਚ ਨਹੀਂ ਐਂਟਰ ਹੋਣ ਦਿੱਤਾ ਜਾਂਦਾ। ਸੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿੱਠੀ ਲਿਖੀ ਸੀ 25 ਮਾਰਚ ਨੂੰ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਹਨਾਂ ਨੇ ਅਪੀਲ ਕੀਤੀ ਸੀ ਕਿ ਹਜ਼ੂਰ ਸਾਹਿਬ ਦੇ ਵਿੱਚ ਜਿਹੜੀ ਫਸੀ ਹੋਈ ਸੰਗਤ ਹੈ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ। ਫਸੀ ਹੋਈ ਇਸੇ ਕਰਕੇ ਕਹਿ ਰਹੇ ਹਾਂ ਕਿਉਂਕਿ ਜਿਹੜੀ ਸੰਗਤ ਉੱਥੇ ਗਈ ਸੀ, ਕਿਸੇ ਨੇ 22 ਮਾਰਚ ਨੂੰ ਆਉਣਾ ਸੀ, ਕਿਸੇ ਨੇ 18 ਮਾਰਚ ਨੂੰ ਵਾਪਸ ਆਉਣਾ ਸੀ, ਕਿਸੇ ਨੇ 25 ਮਾਰਚ ਨੂੰ ਵਾਪਸ ਆਉਣਾ ਸੀ, ਪਰ ਉਹ ਨਹੀਂ ਆ ਸਕੇ ਕਿਉਂਕਿ ਯਾਤਰਾ ਬੰਦ ਹੈ। ਇਸ ਕਰਕੇ ਕਿਹਾ ਜਾ ਰਿਹਾ ਕਿ ਸੰਗਤ ਉੱਥੇ ਫਸ ਗਈ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੋਈ ਪ੍ਰਬੰਧ ਨਹੀਂ ਹੈ। ਸੰਗਤ ਦੇ ਰਹਿਣ ਦਾ ਬੜਾ ਚੰਗਾ ਪ੍ਰਬੰਧ ਹੈ, ਉਹਨਾਂ ਦੇ ਜਿਹੜਾ ਲੰਗਰ ਦਾ ਬੜਾ ਵਧੀਆ ਪ੍ਰਬੰਧ ਹੈ। ਉੱਥੇ ਸਾਰੀਆਂ ਜਿਹੜੀਆਂ ਸਹੂਲਤਾਂ ਨੇ, ਸੈਨੀਟਾਈਜ਼ਰ ਵਗੈਰਾ ਜਾਂ ਜੋ ਵੀ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਦੌਰਾਨ ਪਰਹੇਜ਼ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਨੇ, ਉਹ ਸਾਰੀਆਂ ਦਾ ਉੱਥੇ ਪਾਲਣ ਕੀਤਾ ਜਾ ਰਿਹਾ ਹੈ। ਬੜੇ ਚੰਗੇ ਪ੍ਰਬੰਧ ਨੇ, ਪਰ ਉਹ ਆਪਣੇ ਘਰਾਂ ਦੇ ਵਿੱਚ ਆਉਣਾ ਚਾਹੁੰਦੇ ਨੇ। ਹੁਣ ਅੱਜ 6 ਅਪ੍ਰੈਲ ਹੋ ਚੁੱਕੀ ਹੈ ਤੇ 14 ਅਪ੍ਰੈਲ ਤੱਕ ਹਲੇ ਹੋਰ ਕਰਫਿਊ ਪੰਜਾਬ ਦੇ ਵਿੱਚ ਲੱਗਿਆ ਹੋਇਆ। ਪੂਰੇ ਭਾਰਤ ਦੇ ਵਿੱਚ 21 ਦਿਨ ਦਾ ਲਾਕਡਾਊਨ ਸੀ, ਜਿਸ ਦੇ ਮੁਤਾਬਿਕ 15 ਅਪ੍ਰੈਲ ਹੀ ਬਣਦਾ ਹੈ ਕਿ 15 ਅਪ੍ਰੈਲ ਤੱਕ ਲਾਕਡਾਊਨ ਰਹੇਗਾ। ਹਾਲੇ ਵੀ ਇਹ ਸਥਿਤੀ ਸਪਸ਼ਟ ਨਹੀਂ ਹੈ ਕਿ ਲਾਕਡਾਊਨ ਅੱਗੇ ਵੱਧ ਸਕਦਾ ਹੈ, ਨਹੀਂ ਵੱਧ ਸਕਦਾ। ਇਸ ਬਾਰੇ ਹਾਲੇ ਕੁਝ ਵੀ ਸਪਸ਼ਟ ਨਹੀਂ ਹੈ। ਸਰਕਾਰਾਂ ਨੂੰ ਵੀ ਹਾਲੇ ਸਪਸ਼ਟ ਨਹੀਂ ਹੈ। ਉਹਨਾਂ ਦੇ ਵੱਲੋਂ ਵੀ ਇਹੋ ਜਿਹੇ ਬਿਆਨ ਨੇ ਕਿ ਮੌਕੇ ਦੇ ਮੁਤਾਬਿਕ, ਹਾਲਾਤਾਂ ਦੇ ਮੁਤਾਬਿਕ ਹੈ ਜਿਹੜਾ ਉਹ ਫੈਸਲਾ ਲਿਆ ਜਾਏਗਾ। ਨਾਂਦੇੜ ਤੋਂ ਲੋਕ ਸਭਾ ਮੈਂਬਰ ਪ੍ਰਤਾਪ ਰਾਓ ਚਿਖਲੀਕਰ ਨੇ ਵੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਉद्धਵ ਠਾਕਰੇ ਨੂੰ ਚਿੱਠੀ ਲਿਖੀ ਸੀ। 1 ਅਪ੍ਰੈਲ ਨੂੰ ਉਹਨਾਂ ਨੇ ਚਿੱਠੀ ਲਿਖੀ ਸੀ, ਸੰਗਤ ਨੂੰ ਘਰ ਭੇਜਣ ਵਿੱਚ ਮਦਦ ਕਰਨ ਵਾਸਤੇ ਅਪੀਲ ਕੀਤੀ ਸੀ। ਚਿੱਠੀ ਦੇ ਵਿੱਚ ਉਹਨਾਂ ਨੇ ਪੰਜਾਬ ਵਿੱਚ ਗੁਰਦਾਸਪੁਰ ਤੋਂ MP ਨੇ ਜਿਹੜੇ ਸਨੀ ਦਿਓਲ, ਉਹਨਾਂ ਦਾ ਵੀ ਹਵਾਲਾ ਦਿੰਦੇ ਆਖਿਆ ਸੀ, ਸੂਬਾ ਸਰਕਾਰ ਨੂੰ ਕਿਹਾ ਸੀ ਕਿ ਹਜ਼ੂਰ ਸਾਹਿਬ ਵਿੱਚ ਫਸੀ ਹੋਈ ਸੰਗਤ, ਖਾਸ ਕਰਕੇ ਇਹ ਸਾਰੀ ਜਿਹੜੇ 2000 ਸੰਗਤ ਹੈ ਉਹ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਨੇ, ਮਤਲਬ ਜ਼ਿਆਦਾਤਰ ਗੁਰਦਾਸਪੁਰ ਜ਼ਿਲ੍ਹੇ ਦੇ ਨੇ, ਉਹਨਾਂ ਨੂੰ ਵਾਪਸ ਭੇਜਣ ਦੇ ਲਈ ਕੋਈ ਪ੍ਰਬੰਧ ਕੀਤਾ ਜਾਵੇ। ਪਰ ਹਾਲੇ ਤੱਕ ਕੁਝ ਨਹੀਂ ਹੋਇਆ। 25 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਸੀ ਗ੍ਰਹਿ ਮੰਤਰੀ ਨੂੰ ਕਿ ਚਾਹੇ ਤੁਸੀਂ ਟ੍ਰੇਨਾਂ ਦਾ ਪ੍ਰਬੰਧ ਕਰੋ, ਚਾਹੇ ਤੁਸੀਂ ਫਲਾਈਟਾਂ ਦਾ ਪ੍ਰਬੰਧ ਕਰੋ, ਪਰ ਇਹ ਸੰਗਤ ਨੂੰ ਜ਼ਰੂਰ ਆਪੋ ਆਪਣੇ ਘਰੋਂ ਘਰੀ ਹੈ ਜਿਹੜਾ ਉਹ ਪਹੁੰਚਾਇਆ ਜਾਵੇ। ਸੰਗਤ ਨੂੰ ਉੱਥੇ ਸਮੱਸਿਆ ਕੋਈ ਨਹੀਂ ਹੈ। ਸਮੱਸਿਆ ਹੈ ਕਿ ਕਈ ਜਿਹੜੀ ਉੱਥੇ ਸੰਗਤ ਗਈ ਹੋਈ ਹੈ, ਪਰਿਵਾਰ ਪੂਰਾ ਗਿਆ ਹੋਇਆ, ਪਰ ਬਜ਼ੁਰਗ ਨਹੀਂ ਗਏ ਸੀ। ਬਜ਼ੁਰਗ ਇੱਥੇ ਇਕੱਲੇ ਨੇ, ਉਹਨਾਂ ਦੀ ਚਿੰਤਾ ਸਤਾ ਰਹੀ ਹੈ। ਕਈ ਜਿਹੜੇ ਉੱਥੇ ਗਏ ਸੀ ਇਕੱਲੇ ਬਜ਼ੁਰਗ ਨੇ, ਉਹਨਾਂ ਦੀ ਫੈਮਿਲੀ ਇੱਧਰ ਹੈ, ਉਹਨਾਂ ਨੂੰ ਚਿੰਤਾ ਸਤਾ ਰਹੀ ਹੈ। ਕਈ ਜਿਹੜੇ ਕਰਮਚਾਰੀ ਸੀਗੇ ਉਹ ਗਏ ਸੀ ਛੁੱਟੀਆਂ ਲੈ ਕੇ। ਇੱਕ ਸ਼ਰਧਾਲੂ ਹੈ, ਉਹ ਪੁਲਿਸ ਅਧਿਕਾਰੀ ਵੀ ਹੈ, ਪੁਲਿਸ ਦਾ ਮੁਲਾਜ਼ਮ ਵੀ ਹੈ, ਉਹ ਵੀ ਆਪਣੇ 10 ਦਿਨ ਦੀ ਛੁੱਟੀ ਲੈ ਕੇ ਗਿਆ ਸੀ, ਪਰ ਛੁੱਟੀਆਂ ਖਤਮ ਹੋ ਚੁੱਕੀਆਂ ਨੇ, ਪਰ ਉਹ ਵਾਪਸ ਨਹੀਂ ਆ ਪਾ ਰਿਹਾ। ਸੋ ਹੱਲ ਇਹੀ ਹੈ ਕਿ ਕਿਵੇਂ ਨਾ ਕਿਵੇਂ ਇਹਨਾਂ ਸ਼ਰਧਾਲੂਆਂ ਨੂੰ ਵਾਪਸ ਲਿਆਂਦਾ ਜਾਵੇ, ਚਾਹੇ ਰੇਲ ਗੱਡੀ ਕੀਤੀ ਜਾਵੇ, ਚਾਹੇ ਫਲਾਈਟ ਕੀਤੀ ਜਾਵੇ। ਚਾਰਟਰਡ ਫਲਾਈਟਾਂ ਵੀ ਕੀਤੀਆਂ ਜਾ ਸਕਦੀਆਂ ਨੇ। ਜੇ ਪੰਜਾਬ ਤੋਂ ਹਜ਼ੂਰ ਸਾਹਿਬ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀ ਟ੍ਰੇਨ ਦੀ ਗੱਲ ਕਰੀਏ ਤਾਂ ਟ੍ਰੇਨਾਂ ਪੰਜਾਬ ਤੋਂ ਬਹੁਤ ਚੱਲਦੀਆਂ ਨੇ, ਗੰਗਾ ਨਗਰ ਤੋਂ, ਊਨਾ ਤੋਂ, ਅੰਮ੍ਰਿਤਸਰ ਤੋਂ,
ਵੱਖ-ਵੱਖ ਥਾਵਾਂ ਤੋਂ ਟ੍ਰੇਨਾਂ ਚੱਲਦੀਆਂ ਨੇ ਤੇ ਤਕਰੀਬਨ 25 ਤੋਂ 35 ਘੰਟੇ ਦਾ ਸਫ਼ਰ ਹੁੰਦਾ ਹੈ ਇੱਕ ਪਾਸੇ ਦਾ। ਮਤਲਬ ਕਿ ਇੱਕ ਪਾਸੇ ਦਾ ਜੇ ਹੁਣ ਉਹਨਾਂ ਨੂੰ ਉੱਥੋਂ ਟ੍ਰੇਨਾਂ ਦੇ ਵਿੱਚ ਵੀ ਸਪੈਸ਼ਲ ਟ੍ਰੇਨਾਂ ਚਲਾ ਕੇ ਉੱਥੋਂ ਦੀ ਸੰਗਤ ਨੂੰ ਇੱਥੇ ਲਿਆਉਣਾ ਹੋਵੇ ਵਾਪਸ, ਤਾਂ ਉਹਨਾਂ ਨੂੰ 30 ਤੋਂ 35 ਘੰਟੇ ਲੱਗਣਗੇ। ਅਜਿਹੇ ਮਾਹੌਲ ਦੇ ਵਿੱਚ ਜਦੋਂ ਸੋਸ਼ਲ ਡਿਸਟੈਂਸਿੰਗ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਕੱਠੇ ਰੱਖਣਾ, ਯਾਨੀ ਕਿ ਟ੍ਰੇਨ ਦੇ ਵਿੱਚ ਇੰਨੇ ਘੰਟੇ ਰੱਖਣਾ ਵੀ ਕੋਈ ਸੁਰੱਖਿਅਤ ਨਹੀਂ ਹੈ। ਫਲਾਈਟ ਹੈ ਜਿਹੜੀ ਉਹ ਬੜੀ ਜਲਦੀ ਆ ਜਾਂਦੀ ਹੈ। ਫਲਾਈਟਾਂ ਦਾ ਵੀ ਪ੍ਰਬੰਧ ਹੈ, ਅੰਮ੍ਰਿਤਸਰ ਤੋਂ ਤੇ ਦਿੱਲੀ ਤੋਂ ਹਫ਼ਤੇ ਦੇ ਵਿੱਚ 2-2 ਵਾਰ ਫਲਾਈਟਾਂ ਚੱਲਦੀਆਂ ਨੇ, ਪਰ ਹੁਣ ਸਾਰਾ ਕੁਝ ਬੰਦ ਹੋਣ ਕਰਕੇ ਕੋਈ ਵੀ ਸਹੂਲਤ ਉਹਨਾਂ ਕੋਲੇ ਬਾਕੀ ਨਹੀਂ ਬਚੀ। ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਦੇ ਵਾਪਸ ਆਉਣ ਦਾ ਪ੍ਰਬੰਧ ਕੀਤਾ ਜਾਵੇ, ਕੀਤਾ ਜਾ ਸਕਦਾ ਹੈ। ਅਮਰੀਕਾ ਦੀਆਂ, ਸਪੇਨ ਦੀਆਂ, ਫਰਾਂਸ ਦੀਆਂ ਸਰਕਾਰਾਂ ਬਾਹਰਲੇ ਮੁਲਕਾਂ ਦੇ ਵਿੱਚ ਫਸੇ ਹੋਏ ਆਪੋ ਆਪਣੇ ਨਾਗਰਿਕਾਂ ਨੂੰ ਚਾਰਟਰਡ ਫਲਾਈਟਾਂ ਦੇ ਰਾਹੀਂ ਆਪਣੇ ਮੁਲਕਾਂ ਦੇ ਵਿੱਚ ਵਾਪਸ ਲਿਜਾ ਰਹੀਆਂ ਨੇ। ਤਾਂ ਇਹ ਤਾਂ ਫਿਰ ਸਿਰਫ ਇੱਕ ਦੇਸ਼ ਦੇ ਅੰਦਰੂਨੀ ਮਸਲਾ ਹੈ, ਸਿਰਫ ਤੇ ਸਿਰਫ ਡੋਮੈਸਟਿਕ ਮਸਲਾ ਹੈ। ਡੋਮੈਸਟਿਕ ਫਲਾਈਟ ਤੁਸੀਂ ਕਰਵਾਉਣੀ ਹੈ ਤਾਂ ਹੋਣ ਨੂੰ ਸਭ ਕੁਝ ਹੋ ਸਕਦਾ ਹੈ। ਪੈਸਾ ਵੀ ਬਹੁਤ ਇਕੱਠਾ ਹੋ ਚੁੱਕਿਆ ਸਰਕਾਰਾਂ ਦੇ ਕੋਲ, ਦਾਨ ਬਹੁਤ ਹੋ ਚੁੱਕੇ ਨੇ। ਮੁੱਖ ਮੰਤਰੀ, ਪ੍ਰਧਾਨ ਮੰਤਰੀ ਫੰਡ, ਰਾਹਤ ਫੰਡਾਂ ਦੇ ਵਿੱਚ ਬਥੇਰੀ ਰਾਸ਼ੀ ਪਹੁੰਚ ਚੁੱਕੀ ਹੈ। ਤਾਂ ਇਹ ਜਿਹੜੇ ਲੋਕ ਨੇ ਆਪਣੇ ਘਰਾਂ ਤੋਂ ਬਾਹਰ ਬੈਠੇ ਨੇ, ਇਹਨਾਂ ਨੂੰ ਵਾਪਸ ਘਰੋਂ ਘਰੀ ਪਹੁੰਚਾਉਣਾ ਸਰਕਾਰ ਦੀ ਹੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਨੇ। ਇਹ ਮਜਬੂਰੀ 'ਚ ਚਾਹੇ ਕਰ ਰਹੇ ਨੇ ਪਰ ਪਾਲਣਾ ਕਰ ਰਹੇ ਨੇ। ਸਰਕਾਰ ਨੇ ਸਾਰਾ ਕੁਝ ਬੰਦ ਕੀਤਾ ਤਾਂ ਮਜਬੂਰੀ 'ਚ ਉੱਥੇ ਬੈਠਣਾ ਪੈ ਰਿਹਾ। ਹਾਲਾਂਕਿ ਮਜਬੂਰੀ ਦਾ ਮਤਲਬ ਇਹ ਨਹੀਂ ਕਿ ਗੁਰੂ ਘਰ ਦੇ ਵਿੱਚ ਬੈਠਣ ਲਈ ਤੁਹਾਨੂੰ ਮਜਬੂਰ ਹੋਣਾ ਪੈ ਰਿਹਾ ਤੇ ਗੁਰੂ ਘਰ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੈ। ਉੱਥੇ ਬੈਠੀ ਸਾਰੀ ਸੰਗਤ ਸਾਫ਼ ਤੌਰ ਤੇ ਕਹਿੰਦੀ ਹੈ ਕਿ 100% ਪ੍ਰਬੰਧ ਨੇ। ਉੱਥੋਂ ਦੀ ਮੈਨੇਜਮੈਂਟ ਕਮੇਟੀ ਵੀ ਕਹਿੰਦੀ ਹੈ ਕਿ ਅਸੀਂ ਵੀ ਕੁਝ ਨਹੀਂ ਕਰ ਸਕਦੇ, ਜਦੋਂ ਸਾਰਾ ਕੁਝ ਚਾਲੂ ਹੋ ਜਾਏਗਾ ਤੇ ਅਸੀਂ ਖੁਦ ਪ੍ਰਬੰਧ ਕਰਕੇ ਸੰਗਤ ਨੂੰ ਪੰਜਾਬ ਇਹਨਾਂ ਦੇ ਘਰੋਂ ਘਰੀ ਭੇਜਾਂਗੇ। ਸਮੱਸਿਆ ਕੋਈ ਨਹੀਂ ਹੈ, ਬਸ ਘਰ ਦੀ ਚਿੰਤਾ ਜਿਹੜੀ ਉਹ ਸਤਾ ਰਹੀ ਹੈ। ਇਹ ਸਾਰੇ ਆਪਾਂ ਜਾਣਦੇ ਹੁੰਦੇ ਆ ਕਿ ਜਦੋਂ ਘਰਾਂ ਤੋਂ ਦੂਰ ਬੈਠੇ ਹੁੰਦੇ ਆ, ਇਹੋ ਜਿਹੇ ਹਾਲਾਤ ਬਣ ਜਾਣ ਤੇ ਫਿਰ ਚਿੰਤਾ ਹੋਣੀ ਜ਼ਾਹਿਰ ਹੈ। ਹਰ ਕਿਸੇ ਨੂੰ ਹੁੰਦਾ ਹੈ ਕਿ ਉਹ ਆਪਣੇ ਪਰਿਵਾਰ ਦੇ ਕੋਲ ਜਾ ਕੇ ਬੈਠੇ, ਇਕੱਠੇ ਬੈਠਣ ਸਾਰੇ ਇਹੋ ਜਿਹੇ ਹਾਲਾਤਾਂ ਦੇ ਵਿੱਚ। ਸੋ ਅਸੀਂ ਵੀ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਜਲਦੀ ਇਸ ਮਸਲੇ ਤੇ ਵੀ ਗੌਰ ਕੀਤਾ ਜਾਵੇ। ਇਹ 2 ਪਲ ਦੇ ਵਿੱਚ, 2 ਘੜੀਆਂ ਦੇ ਵਿੱਚ ਹੱਲ ਹੋਣ ਵਾਲਾ ਮਸਲਾ ਹੈ ਔਰ ਕੀਤਾ ਜਾ ਸਕਦਾ ਹੈ। ਸਭ ਕੁਝ ਪੋਸੀਬਲ ਹੈ, ਸਭ ਕੁਝ ਸੰਭਵ ਹੈ। ਧੰਨਵਾਦ।